ਹੈਲੋ एवरीवन ਅਸੀਂ ਕਰ ਰਹੇ ਹਾਂ ਸਾਡਾ ਬੀਐਡ ਫਸਟ ਈਅਰ ਦਾ ਜੋ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ ਜਿਹਦੇ ਵਿੱਚ ਸਾਡੀ 4th ਯੂਨਿਟ ਚੱਲ ਰਹੀ ਆ ਔਰ ਜਿਹੜਾ ਸਾਡਾ ਟੌਪਿਕਸ ਚੱਲ ਰਹੇ ਨੇ ਉਹ ਹੈਗੇ ਨੇ ਇਵੈਲੂਏਸ਼ਨ ਨੂੰ ਲੈ ਕੇ ਮੁਲਾਂਕਣ ਨੂੰ ਲੈ ਕੇ ਕਿ ਕਿਹੜੇ ਜਿਹੜੇ ਟੈਸਟ ਨੇ ਉਹਨਾਂ ਰਾਹੀਂ ਅਸੀਂ ਬੱਚਿਆਂ ਦਾ ਜਿਹੜਾ ਮੁਲਾਂਕਣ ਹੈ ਉਹ ਅਸੀਂ ਕਰ ਸਕਦੇ ਹਾਂ ਬੱਚਿਆਂ ਦਾ ਜਿਹੜਾ ਇਵੈਲੂਏਸ਼ਨ ਕਰ ਸਕਦੇ ਹਾਂ। ਤਾਂ ਅਸੀਂ ਇਸ ਤੋਂ ਪਹਿਲਾਂ ਜਿਹੜੇ ਟੌਪਿਕ ਕਰ ਚੁੱਕੇ ਹਾਂ ਜਾਂ ਜਿਹੜੇ ਟੈਸਟ ਬਾਰੇ ਗੱਲ ਕਰ ਚੁੱਕੇ ਹਾਂ ਜਿਵੇਂ ਅਸੀਂ ਔਰਲ ਟੈਸਟ ਦੀ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਮੌਖਿਕ ਰੂਪ ਵਿੱਚ ਅਸੀਂ ਬੱਚਿਆਂ ਤੋਂ ਕੁਐਸਚਨ ਪੁੱਛ ਕੇ ਉਹਨਾਂ ਦਾ ਮੁਲਾਂਕਣ ਕਰ ਸਕਦੇ ਹਾਂ ਕਿ ਬੱਚੇ ਨੂੰ ਜੋ ਵੀ ਅੱਜ ਤੱਕ ਦਾ ਪੜ੍ਹਾਇਆ ਗਿਆ ਹੈ ਜੋ ਸਿਖਾਇਆ ਗਿਆ ਕਿਸ ਹੱਦ ਤੱਕ ਜਿਹੜਾ ਉਹਨਾਂ ਨੇ ਉਹ ਸਿੱਖ ਲਿਆ ਹੈ ਜਾਂ ਫਿਰ ਛੋਟੇ ਜਿਹੜੇ ਪ੍ਰਸ਼ਨ ਉੱਤਰ ਨੇ ਉਹਨਾਂ ਰਾਹੀਂ ਜਾਂ ਫਿਰ ਜਿਹੜੇ ਐਸੇ ਟਾਈਪ ਕੁਐਸਚਨ ਹੁੰਦੇ ਨੇ ਨਿਬੰਧਾਤਮਕ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਉਹਨਾਂ ਰਾਹੀਂ ਜਾਂ ਫਿਰ ਜਿਹੜੇ ਆਬਜੈਕਟਿਵ ਟਾਈਪ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਵਸਤੂਨਿਸ਼ਟ ਪ੍ਰੀਖਿਆਵਾਂ ਦਾ ਨਾਮ ਦਿੰਦੇ ਹਾਂ ਉਹਨਾਂ ਰਾਹੀਂ ਅਸੀਂ ਬੱਚਿਆਂ ਦਾ ਜਿਹੜਾ ਮੁਲਾਂਕਣ ਉਹ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਤੇ ਜਿਹੜਾ ਅੱਜ ਦੇ ਆਪਣੇ ਲੈਕਚਰ ਦਾ ਟੌਪਿਕ ਰਹੇਗਾ ਉਹ ਰਹੇਗਾ ਸਾਡਾ ਡਾਇਗਨੋਸਟਿਕ ਟੈਸਟ ਜਿਨ੍ਹਾਂ ਨੂੰ ਅਸੀਂ ਤਸ਼ਖੀਸ਼ੀ ਪ੍ਰੀਖਿਆਵਾਂ ਦੇ ਨਾਮ ਨਾਲ ਵੀ ਜਾਣਦੇ ਹਾਂ ਜਾਂ ਫਿਰ ਇਹਨਾਂ ਨੂੰ ਨਿਦਾਨਾਤਮਕ ਟੈਸਟ ਵੀ ਆਖਿਆ ਜਾਂਦਾ ਹੈ। देखो आम तौर पर जोड़ा भी असी मुलांकन करते हैं बच्चों का तो वो वास्ते ना स्कूलों में ज़्यादातर जो अचीवमेंट टैसट होंगे वो वरतों की जाती है जिसका मतलब होंगे कि असी जोड़े बच्चों का पेपर लैके बच्चों के एग्जाम लैके वह जोड़ा मापन करते हैं कि अज तक की जी बच्चों ने लर्निंग की जो बच्चों ने सीखा है उन्होंने किस हद तक जोड़ा अंडरस्टैंड कर लिया मतलब उस चीज़ को समझ लिया है और समझ के जोड़ा वो वरतों की है ਉਹਦੇ ਵਿੱਚ ਅਸੀਂ ਬੱਚਿਆਂ ਨੂੰ ਕਿਸੇ ਵੀ ਤਰੀਕੇ ਦਾ ਟੈਸਟ ਜਿਵੇਂ ਅਸੀਂ ਦਿੰਨੇ ਆ ਅਸੀਂ ਉਹਨੂੰ ਦੇਖੋ ਮੌਖਿਕ ਜਿਹੜੇ ਪ੍ਰਸ਼ਨ ਉੱਤਰ ਸੁਣ ਕੇ ਉਹ ਕਰ ਲੈਂਦੇ ਆ ਜਾਂ ਫਿਰ ਕੋਈ ਆਬਜੈਕਟਿਵ ਟਾਈਪ ਟੈਸਟ ਜਾਂ ਫਿਰ ਜਿਹੜੇ ਹੈਗੇ ਆ ਐਸੇ ਟਾਈਪ ਟੈਸਟ ਹੁੰਦੇ ਨੇ ਉਹਨਾਂ ਰਾਹੀਂ ਜਿਹੜਾ ਅਸੀਂ ਉਹਨਾਂ ਦਾ ਮੁਲਾਂਕਣ ਕਰ ਲੈਂਦੇ ਹਾਂ। ਬੱਚਿਆਂ ਦੀ ਜਿਹੜੀ ਉਹਨਾਂ ਨੇ ਕੰਮ ਕਰਕੇ ਦਿੱਤਾ ਹੁੰਦਾ ਗਾ ਸਾਨੂੰ ਜੋ ਵੀ ਪੇਪਰ ਕੀਤਾ ਹੁੰਦਾ ਬੱਚਿਆਂ ਨੂੰ ਅਸੀਂ ਉਹਦਾ ਜਿਹੜਾ ਮਾਪਨ ਕਰਦੇ ਹਾਂ ਤੇ ਹਰ ਇੱਕ ਜਿਹੜਾ ਪੇਪਰ ਲਈ ਉਹਦੇ ਨੰਬਰ ਅਨਾਉਂਸ ਕਰ ਦਿੰਦੇ ਆ ਕਿ ਬੱਚੇ ਨੇ ਇਸ ਪੇਪਰ ਵਿੱਚ ਇੰਨੇ ਜਿਹੜੇ ਨੰਬਰ ਨੇ ਉਹ ਲਏ ਨੇ ਇਹ ਹੁੰਦਾ ਅਚੀਵਮੈਂਟ ਕਿ ਬੱਚੇ ਨੇ ਕਿੰਨਾ ਕੁ ਪ੍ਰਾਪਤ ਕਰ ਲਿਆ। ਪਰ ਜਿਹੜਾ ਡਾਇਗਨੋਸਟਿਕ ਟੈਸਟ ਹੈ ਜਿਹੜਾ ਸਾਡਾ ਤਸ਼ਖੀਸ਼ੀ ਪ੍ਰੀਖਿਆ ਹੈ ਇਹਦਾ ਮਤਲਬ ਹੈਗਾ ਕਿ ਅਗਰ ਕਿਸੇ ਵਿਦਿਆਰਥੀ ਨੇ ਘੱਟ ਨੰਬਰ ਲਏ ਆ ਤਾਂ ਉਹਦੇ ਪਿੱਛੇ ਦਾ ਜਿਹੜਾ ਕਾਰਨ ਕੀ ਆ ਕਿਹੜੇ ਰੀਜ਼ਨ ਕਰਕੇ ਬੱਚੇ ਨੂੰ ਜਿਹੜਾ ਨਹੀਂ ਸਮਝ ਆ ਰਿਹਾ ਤੇ ਕਿਸੇ ਵੀ ਕਾਰਨ ਦੇ ਵਿੱਚ ਜਿਹੜੇ ਕਿਸੇ ਵੀ ਬੱਚੇ ਦੇ ਨੰਬਰ ਘੱਟ ਆਉਣ ਦੇ ਪਿੱਛੇ ਦਾ ਕਾਰਨ ਹੈ ਉਹਨਾਂ ਨੂੰ ਲੱਭਿਆ ਜਾਂਦਾ ਉਸ ਨੂੰ ਲੱਭ ਕੇ ਫਿਰ ਉਹਦਾ ਜਿਹੜਾ ਉਪਚਾਰ ਕੀਤਾ ਜਾਂਦਾ ਉਹਦਾ ਜਿਹੜਾ ਨਿਦਾਨ ਆ ਉਹ ਕੀਤਾ ਜਾਂਦਾ ਹੈ। ਤਾਂ ਇਸ ਕਰਕੇ ਇਹਨੂੰ ਜਿਹੜਾ डायग्नोस्टिक टेस्ट के नाम जानिया जाता है या फिर तशखीशी ਪ੍ਰੀਖਿਆ के नाम जानिया जाता है। जेकर असीं इसकी गल करिए तो इसका जो बोध है वो प्राप्ति ਪ੍ਰੀਖਿਆ राही नहीं होंगे इसका जो बोध है वो किहड़ा उपचारात्मक या निदानात्मक कह सकते हैं असीं उन्हां राही किया जाता है। तो यह जिहड़ा बच्चे दे ना सीखण पिछे जिहड़े कारण है उन्होंने भाल के उन्होंने जिहड़ा उहदे विच सुधारात्मक काम किए जाते हैं तां करके इहनूं एक असीं डायग्नोस्टिक ਪ੍ਰੀਖਿਆਵਾਂ कहते हैं क्योंकि इत्थे हर एक जिहड़ा इहदे पिछे कारण है उन्होंने जिहड़ा डायग्नोस किया जाता है। तो यह ਪ੍ਰੀਖਿਆ एक दूसरे ਦੀਆਂ विरोधी ना होके एक दूसरे ਦੀਆਂ पूरक हैं क्योंकि जदों तक असीं अचीवमेंट टैसट नहीं लैंदे उदों तक सानूं बच्चों की जी अचीवमेंट है या फिर जी बच्चों की प्राप्ति है वो बारे नहीं पता लगता। जो सूँ बच्चों की प्राप्ति बारे पता लग जाता है तो कई बच्चे यहो जे भी होंगे है जिन्होंने बहुत घट नंबर आए होंगे ने जिन्होंने अपनी क्लास पास नहीं की होंगी या जोड़े बच्चे आप कह लीए कि फेल हो जाते हैं उन्होंने कारण लभे जाते हैं फिर डायग्नोस्टिक जोड़े टैसट होंगे ने कि उन्होंने समझ विच नहीं आया अगर कोई भी चीज़ उन्होंने नहीं समझ विच आ रही तो वो पिछे के जोड़े कारण की हो सकते हैं फिर उन्होंने कारणों से जोड़ा काम किया जाता है। तो इस तरीके कह सकते हैं कि अचीवमेंट टैसट हो गए तो जोड़े डायग्नोस्टिक जोड़े टैसट है ने डायग्नोस्टिक टैसट एक दूजे के जोड़े पूरक होंगे ने मतलब एक दूजे को जोड़ा वो पूरा करते हैं। हुण आपां गल करते हैं कि जोड़े अचीवमेंट टैसट होंगे ने ते जोड़े डायग्नोस्टिक जोड़े टैसट होंगे ने उहदे विच की जोड़ा डिफरेंस असीं कह सकते हैं कि जोड़ा अंतर है वो पाया जाता है। देखो सीधे तौर पर आपां गल जिहड़ी अचीवमेंट टैसट की है अचीवमेंट टैसट का मतलब है अचीवमेंट बच्चे ने की अचीव किया अज तक वह जोड़ा हैगा वो असी ज्ञान जोड़ा उन्हें प्राप्त कर लिया वह मापन किया जाता है।
ਬੱਚੇ ਤੋਂ ਐਗਜ਼ਾਮ ਕਰਵਾਏ ਜਾਂਦੇ ਨੇ, ਐਗਜ਼ਾਮ ਵਿੱਚ ਜਿਹੜੇ ਉਹਨਾਂ ਨੂੰ ਨੰਬਰ ਦੇ ਦਿੱਤੇ ਜਾਂਦੇ ਨੇ। ਹਰ ਇੱਕ ਐਗਜ਼ਾਮ ਦੇ ਨੰਬਰ ਦੇ ਬੇਸ ਤੇ ਅਸੀਂ ਜਦੋਂ ਉਹਦਾ ਮੁਲਾਂਕਣ ਕਰ ਲੈਂਦੇ ਹਾਂ ਤਾਂ ਅਸੀਂ ਇਸ ਗੱਲ ਬਾਰੇ ਜਿਹੜੀ ਜਾਣਕਾਰੀ ਉਹ ਹਾਸਿਲ ਕਰਦੇ ਹਾਂ ਕਿ ਬੱਚਿਆਂ ਨੇ ਕਿੰਨਾ ਕੁ ਜਿਹੜਾ ਗਿਆਨ ਆ ਉਹ ਪ੍ਰਾਪਤ ਕਰ ਲਿਆ ਹੈਗਾ। ਜਦਕਿ ਜਿਹੜਾ ਡਾਇਗਨੋਸਟਿਕ ਟੈਸਟ ਹੈ ਜਾਂ ਫਿਰ ਜਿਹਨੂੰ ਅਸੀਂ ਤਸ਼ਖੀਸੀ ਜਿਹੜੀ ਪ੍ਰੀਖਿਆ ਕਹਿੰਦੇ ਹਾਂ, ਉਹਦੇ ਵਿੱਚ ਜਿਹੜੇ ਵਿਦਿਆਰਥੀਆਂ ਨੇ ਜਿਹੜੇ ਘੱਟ ਨੰਬਰ ਪ੍ਰਾਪਤ ਕੀਤੇ ਹੁੰਦੇ ਨੇ, ਉਹਦੇ ਪਿੱਛੇ ਦੇ ਜਿਹੜੇ ਕਾਰਨਾਂ ਦੀ ਭਾਲ ਕੀਤੀ ਜਾਂਦੀ ਹੈ ਕਿ ਅਗਰ ਉਸੇ ਪੇਪਰ ਵਿੱਚੋਂ ਇੱਕ ਵਿਦਿਆਰਥੀ ਨੇ 100 ਵਿੱਚੋਂ 80 ਪ੍ਰਾਪਤ ਕੀਤੇ ਨੇ ਅੰਕ, ਪਰ ਕਿਸੇ ਵਿਦਿਆਰਥੀ ਨੇ ਉਹਦੇ ਵਿੱਚੋਂ ਸਿਰਫ ਔਰ ਸਿਰਫ ਜਿਹੜੇ 40 ਅੰਕ ਪ੍ਰਾਪਤ ਕੀਤੇ ਨੇ, ਫਿਰ ਉਹਦੇ ਕਾਰਨਾਂ ਦਾ ਪਤਾ ਕੀਤਾ ਜਾਂਦਾ ਹੈ ਕਿ ਇੱਕ ਵਿਦਿਆਰਥੀ 80 ਅੰਕ ਪ੍ਰਾਪਤ ਕਰ ਸਕਦਾ ਹੈ ਤੇ ਫਿਰ ਦੂਸਰੇ ਵਿਦਿਆਰਥੀ ਦੇ 40 ਅੰਕ ਕਿਉਂ ਆਏ ਨੇ, ਉਹਦੇ ਪਿੱਛੇ ਕੀ ਕਾਰਨ ਹੈ। ਵਿਦਿਆਰਥੀ ਨੂੰ ਕੁਝ ਸਮਝ ਨਹੀਂ ਆ ਰਿਹਾ ਜਾਂ ਫਿਰ ਵਿਦਿਆਰਥੀ ਨੇ ਪੇਪਰ ਪੂਰਾ ਕਿਸ ਕਾਰਨ ਨਾਲ ਨਹੀਂ ਕੀਤਾ, ਅਗਰ ਗਲਤ ਕੀਤਾ ਤਾਂ ਉਸਦੇ ਕੀ ਕਾਰਨ ਨੇ। ਫਿਰ ਜਿੱਥੇ ਜਿੱਥੇ ਕਮੀਆਂ ਪਾਈਆਂ ਜਾਂਦੀਆਂ ਨੇ ਫਿਰ ਉਸੇ ਜਿਹੜੀਆਂ ਕਮੀਆਂ ਨੂੰ ਸੁਧਾਰਿਆ ਜਾਂਦਾ ਹੈ, ਉੱਥੇ ਉਹਦਾ ਜਿਹੜਾ ਡਾਇਗਨੋਸ ਉਹ ਕੀਤਾ ਜਾਂਦਾ ਹੈ। ਅਗਲੀ ਗੱਲ ਕਰਦੇ ਹਾਂ ਆਪਾਂ, ਅਗਲਾ ਡਿਫਰੈਂਸ ਹੈਗਾ ਜਿਹੜੇ ਅਚੀਵਮੈਂਟ ਟੈਸਟ ਹੁੰਦੇ ਨੇ ਜਾਂ ਜਿਹੜੀਆਂ ਪ੍ਰਾਪਤੀ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ, ਉਹਨਾਂ ਦਾ ਜਿਹੜਾ ਪ੍ਰਯੋਗ ਹੁੰਦਾ ਉਹ ਸਿੱਖਿਆ ਪ੍ਰਸ਼ਾਸਨ ਵਿੱਚ ਵਧੇਰੇ ਕਰਕੇ ਹੁੰਦਾ ਹੈ। ਜਿਵੇਂ ਕਿ ਅਸੀਂ ਕਹਿ ਲਈਏ ਵਿਦਿਆਰਥੀਆਂ ਦਾ ਵਰਗੀਕਰਨ ਕਰਨਾ, ਉਹਨਾਂ ਵਿੱਚੋਂ ਹੁਸ਼ਿਆਰ ਵਿਦਿਆਰਥੀਆਂ ਦੀ ਔਰ ਨਲਾਇਕ ਵਿਦਿਆਰਥੀਆਂ ਦੀ ਚੋਣ ਕਰਨੀ, ਵਿਦਿਆਰਥੀਆਂ ਨੂੰ ਇੱਕ ਕਲਾਸ ਤੋਂ ਦੂਜੀ ਕਲਾਸ ਵਿੱਚ ਜਿਹੜਾ ਪ੍ਰਮੋਟ ਕਰਨਾ, ਤੇ ਇਹ ਸਾਰਾ ਕੰਮ ਹੈਗਾ ਜਿਹੜਾ ਉਹ ਅਚੀਵਮੈਂਟ ਜਿਹੜੇ ਟੈਸਟ ਹੁੰਦੇ ਨੇ ਜਾਂ ਜਿਹੜੀ ਪ੍ਰੀਖਿਆਵਾਂ ਜਿਹੜੀਆਂ ਪ੍ਰਾਪਤੀ ਪ੍ਰੀਖਿਆਵਾਂ ਹੁੰਦੀਆਂ ਨੇ ਉਹਨਾਂ ਰਾਹੀਂ ਹੁੰਦਾ ਹੈ। ਜਦਕਿ ਜਿਹੜਾ ਆਪਣਾ ਤਸ਼ਖੀਸੀ ਜਿਹੜੀ ਪ੍ਰੀਖਿਆ ਹੁੰਦੀ ਹੈ ਜਾਂ ਫਿਰ ਜਿਹੜੀ ਡਾਇਗਨੋਸਟਿਕ ਜਿਹੜੀ ਪ੍ਰੀਖਿਆ ਹੁੰਦੀ ਹੈ, ਉਹਨਾਂ ਦਾ ਜਿਹੜਾ ਵਧੇਰੀ ਵਰਤੋਂ ਕੀਤੀ ਜਾਂਦੀ ਹੈ ਜਾਂ ਉਹਨਾਂ ਦਾ ਵਧੇਰੇ ਪ੍ਰਯੋਗ ਜਿਹੜਾ ਹੁੰਦਾ ਗਾ, ਉਹ ਸਾਡਾ ਜਿਹੜਾ ਸਿੱਖਿਆ ਵਿੱਚ ਨਿਰਦੇਸ਼ਨ ਤੇ ਉਹਨਾਂ ਦੇ ਜਿਹੜੇ ਸੁਧਾਰਾਤਮਕ ਕਾਰਜ ਹੁੰਦਾ ਗਾ ਉਹਨਾਂ ਵਿੱਚ ਕੀਤਾ ਜਾਂਦਾ ਹੈ। ਕਿਉਂਕਿ ਇੱਥੇ ਕਿਸੇ ਕਾਰਨ ਨੂੰ ਲੱਭ ਕੇ, ਰੀਜ਼ਨ ਨੂੰ ਲੱਭ ਕੇ ਉਸ ਤੋਂ ਬਾਅਦ ਕੀ ਕੀਤਾ ਜਾਂਦਾ ਹੈ, ਜਿਹੜਾ ਉਹਦਾ ਉਪਚਾਰ ਹੈ, ਜਿਹੜਾ ਉਹਦੀ ਸਮੱਸਿਆ ਹੈਗੀ ਆ ਉਹਦਾ ਜਿਹੜਾ ਹੱਲ ਕੱਢਿਆ ਜਾਂਦਾ ਗਾ, ਜਿਹੜੇ ਕਾਰਨ ਨੇ ਉਹਦੇ ਪਿੱਛੇ ਉਹਨੂੰ ਜਿਹੜਾ ਡਾਇਗਨੋਸ ਉਹ ਕੀਤਾ ਜਾਂਦਾ ਗਾ। ਇਸ ਵਿੱਚ ਅਧਿਆਪਕ ਨੂੰ ਬੜੀ ਹੀ ਸੂਝ-ਬੂਝ ਨਾਲ ਕੰਮ ਲੈਣਾ ਪੈਂਦਾ ਹੈ, ਕਿਉਂਕਿ ਜਿਹੜੀ ਸੁਧਾਰਾਤਮਕ ਪ੍ਰੀਖਿਆ ਦੀ ਗੱਲ ਕਰਦੇ ਹਾਂ ਤਾਂ ਉਹ ਕੀ ਕਰਦੇ ਹਾਂ ਆਪਾਂ, ਇਹ ਵਿਅਕਤੀਗਤ ਤੌਰ ਤੇ ਹੁੰਦੀ ਆ। ਇਸ ਵਿੱਚ ਕੀ ਹਰ ਇੱਕ ਵਿਅਕਤੀ ਨੂੰ ਜਾਂ ਹਰ ਇੱਕ ਜਿਹੜਾ ਵਿਦਿਆਰਥੀ ਹੈ ਉਹਦੇ ਉੱਤੇ ਕੰਮ ਕੀਤਾ ਜਾਂਦਾ ਹੈ, ਉਹਦੇ ਘੱਟ ਸਮਝ ਆਉਣ ਦੇ ਕਾਰਨਾਂ ਨੂੰ ਦੇਖਿਆ ਜਾਂਦਾ ਹੈ, ਉਹਦਾ ਘੱਟ ਸਿੱਖਣ ਦੇ ਜਿਹੜੇ ਕਾਰਨਾਂ ਨੂੰ ਦੇਖਿਆ ਜਾਂਦਾ ਹੈ, ਫਿਰ ਉਸੇ ਦੇ ਵਿਅਕਤੀਗਤ ਤੌਰ ਤੇ ਜਿਹੜੇ ਉਹਦੇ ਕਾਰਨ ਨੇ ਨਾ ਸਿੱਖਣ ਦੇ, ਉਹਨਾਂ ਵਿੱਚ ਜਿਹੜਾ ਸੁਧਾਰਾਤਮਕ ਕੰਮ ਹੈ ਉਹ ਕੀਤਾ ਜਾਂਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਪ੍ਰਾਪਤੀ ਪ੍ਰੀਖਿਆਵਾਂ ਹੁੰਦੀਆਂ ਨੇ, ਜੇਕਰ ਉਹਦੇ ਵਿੱਚ ਪ੍ਰਸ਼ਨਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੇ ਪ੍ਰਸ਼ਨ ਹੁੰਦੇ ਨੇ ਆਮ ਤੌਰ ਤੇ ਉਹ ਕੀ ਆ, ਉਹ ਕਠਿਨਾਈ ਦੇ ਪੱਧਰ ਦੇ ਕਾਰਨ ਵਿੱਚ ਰੱਖ ਕੇ ਚੱਲਦੇ ਆ ਕਿ ਸਭ ਤੋਂ ਪਹਿਲਾਂ ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਸੌਖੇ ਪ੍ਰਸ਼ਨ ਆਉਂਦੇ ਨੇ, ਫਿਰ ਜਿਹੜੇ ਇੱਕ ਮੱਧਮ ਵਰਗ ਦੇ ਪ੍ਰਸ਼ਨ ਆਉਂਦੇ ਨੇ, ਉਹਦੇ ਵਿੱਚ ਫਿਰ ਕੇ ਜਿਹੜੇ ਕੀ ਆ ਕਠਿਨ ਪ੍ਰਸ਼ਨਾਂ ਦੀ ਗੱਲ ਕੀਤੀ ਜਾਂਦੀ ਹੈ। ਜਿਹੜੇ ਕਿ ਸਾਡੇ ਡਾਇਗਨੋਸਟਿਕ ਟੈਸਟ ਹੁੰਦੇ ਨੇ ਉਹਦੇ ਵਿੱਚ ਕੀ ਕੀਤਾ ਜਾਂਦਾ ਹੈ, ਉਹਦੇ ਵਿੱਚ ਪ੍ਰਸ਼ਨਾਂ ਨੂੰ ਜਿਹੜੇ ਸਿੱਖਣ ਦੇ ਮਨੋਵਿਗਿਆਨਿਕ ਜਿਹੜਾ ਉਹਦਾ ਤਾਰਕਿਕ ਕਾਰਨ ਹੈਗਾ ਉਹਦੇ ਵਿੱਚ ਰੱਖਿਆ ਜਾਂਦਾ ਹੈ, ਕਿਉਂਕਿ ਜਿਹੜਾ ਡਾਇਗਨੋਸਟਿਕ ਟੈਸਟ ਆ ਉਹ ਵਧੇਰੇ ਕਰਕੇ ਮਨੋਵਿਗਿਆਨਿਕ ਮੰਨਿਆ ਗਿਆ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਕਿ ਪ੍ਰਾਪਤੀ ਪ੍ਰੀਖਿਆਵਾਂ ਹੁੰਦੀਆਂ ਨੇ ਜਾਂ ਜਿਹੜੇ ਅਚੀਵਮੈਂਟ ਟੈਸਟ ਹੁੰਦੇ ਨੇ, ਉਹ ਵਧੇਰੇ ਕਰਕੇ ਕਿਹੜੇ ਪ੍ਰਮਾਣਾਤਮਕ ਹੁੰਦੇ ਨੇ ਕਿ ਉਹਦੇ ਵਿੱਚ ਬੱਚਿਆਂ ਦਾ ਜਿਹੜਾ ਮਾਪਨ ਉਹ ਕੀਤਾ ਜਾਂਦਾ ਹੈ, ਬਤੌਰ ਉਹਨਾਂ ਨੂੰ ਨੰਬਰ ਦੇ ਕੇ ਜਿਹੜਾ ਉਹਦਾ ਮੁਲਾਂਕਣ ਉਹ ਕੀਤਾ ਜਾਂਦਾ ਹੈ ਕਿ ਬੱਚੇ ਨੇ ਕਿਸ ਹੱਦ ਤੱਕ ਜਿਹੜੀ ਸਿੱਖਿਆ ਉਹ ਪ੍ਰਾਪਤ ਕੀਤੀ ਜਾਂਦੀ ਹੈ। ਪਰ ਜਿਹੜੇ ਡਾਇਗਨੋਸਟਿਕ ਟੈਸਟ ਹੁੰਦੇ ਨੇ, ਜਿਹੜੀਆਂ ਤਸ਼ਖੀਸੀ ਪ੍ਰੀਖਿਆਵਾਂ ਹੁੰਦੀਆਂ ਨੇ, ਉਹਦਾ ਜਿਹੜਾ ਰਿਜ਼ਲਟ ਹੁੰਦਾ ਗਾ ਜਾਂ ਫਿਰ ਉਹਨਾਂ ਪ੍ਰੀਖਿਆਵਾਂ ਨੂੰ ਅਸੀਂ ਗੁਣਾਤਮਕ ਮੰਨਦੇ ਆ, ਕਿਉਂਕਿ ਉਹਦੇ ਵਿੱਚ ਜਿਹੜੇ ਕਾਰਨਾਂ ਨੂੰ ਲੱਭ ਕੇ ਉਹਨਾਂ ਦਾ ਉਪਚਾਰ ਕੀਤਾ ਜਾਂਦਾ ਗਾ, ਉਹ ਬੱਚੇ ਦੇ ਸਿੱਖਣ ਦੀ ਜਿਹੜੀ ਕੁਆਲਿਟੀ ਹੈ ਉਹਦੇ ਵਿੱਚ ਜਿਹੜਾ ਸੁਧਾਰ ਕੀਤਾ ਜਾਂਦਾ ਗਾ, ਜਿਹੜਾ ਬੱਚੇ ਦੇ ਪੜ੍ਹਨ ਦਾ ਜਿਹੜਾ ਇੰਟਰਸਟ ਆ ਉਹਦੇ ਵਿੱਚ ਜਿਹੜਾ ਗੁਣਾਤਮਕ ਸੁਧਾਰ ਕੀਤਾ ਜਾਂਦਾ ਹੈ, ਤਾਂ ਜੋ ਵਿਦਿਆਰਥੀ ਨੂੰ ਜਿਹੜੀਆਂ ਚੀਜ਼ਾਂ ਨਹੀਂ ਸਮਝ ਵਿੱਚ ਆ ਰਹੀਆਂ ਤਾਂ ਉਹਨੂੰ ਕਿਸ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ। ਤਾਂ ਇਸ ਕਰਕੇ ਇਹਨੂੰ ਵਧੇਰੇ ਤੌਰ ਤੇ ਜਿਹੜਾ ਮਨੋਵਿਗਿਆਨਿਕ ਵਿਧੀ ਦੇ ਨਾਲ ਜੋੜਿਆ ਜਾਂਦਾ ਹੈ ਕਿ ਇਹਨੂੰ ਹਰ ਇੱਕ ਬੱਚੇ ਦੀ ਮਤਲਬ ਵਿਦਿਆਰਥੀ ਦੀ ਜਿਹੜਾ ਪਰਸਨਲ ਕੁਆਲਿਟੀਜ਼ ਹੁੰਦੀਆਂ ਨੇ ਜਾਂ ਫਿਰ ਉਹਦੀਆਂ ਜਿਹੜੀਆਂ ਵਿਅਕਤੀਗਤ ਤੌਰ ਤੇ ਆਪਾਂ ਕਹਿ ਲਈਏ ਗੁਣ ਜਾਂ ਔਗੁਣ ਹੁੰਦੇ ਨੇ, ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਉਹਦੇ ਨਾ ਸਿੱਖਣ ਦੇ ਕਾਰਨਾਂ ਦਾ ਜਾਂ ਫਿਰ ਘੱਟ ਸਿੱਖਣ ਦੇ ਕਾਰਨਾਂ ਦਾ ਪਤਾ ਲਗਾ ਕੇ ਉਹਨਾਂ ਦਾ ਜਿਹੜਾ ਉਪਚਾਰ ਇੱਥੇ ਕੀਤਾ ਜਾਂਦਾ ਹੈ। ਤਾਂ ਇਹ ਸੀ ਇਹਦੇ ਕੁਝ ਜਿਹੜੇ ਡਿਫਰੈਂਸ ਜਾਂ ਫਿਰ ਕੁਝ ਆਪਾਂ ਅੰਤਰ ਕਹਿ ਸਕਦੇ ਹਾਂ ਕਿ ਜਿਹੜਾ ਅਚੀਵਮੈਂਟ ਟੈਸਟ ਤੇ ਜਿਹੜੇ ਡਾਇਗਨੋਸਟਿਕ ਟੈਸਟ ਉਹਦੇ ਵਿੱਚ ਕਿਹੜੇ ਜਿਹੜੇ ਅੰਤਰ ਨੇ ਉਹ ਪਾਏ ਜਾਂਦੇ ਨੇ।
ਹੁਣ ਆਪਾਂ ਗੱਲ ਕਰਦੇ ਹਾਂ ਸਟੈਪਸ ਦੀ ਕਿ ਜਿਹੜਾ ਡਾਇਗਨੋਸਟਿਕ ਟੈਸਟ ਹੁੰਦਾ ਗਾ ਉਹਦੇ ਕਿਹੜੇ ਸਟੈਪਸ ਨੇ, ਮਤਲਬ ਕਿ ਜੋ ਟੈਸਟ ਨੇ ਉਹ ਕਿਸ ਤਰੀਕੇ ਨਾਲ ਜਿਹੜੇ ਬਣਾਏ ਜਾਂਦੇ ਨੇ, ਕਿਹੜੀਆਂ ਕਿਹੜੀਆਂ ਗੱਲਾਂ ਦਾ ਜਿਹੜਾ ਉਹਦੇ ਵਿੱਚ ਧਿਆਨ ਰੱਖਿਆ ਜਾਂਦਾ ਹੈ। ਡਾਇਗਨੋਸਟਿਕ ਟੈਸਟ ਦੇ ਆਪਾਂ ਸਟੈਪਸ ਦੀ ਗੱਲ ਕਰਦੇ ਹਾਂ ਕਿਉਂਕਿ ਡਾਇਗਨੋਸਟਿਕ ਜਿਹੜੇ ਟੈਸਟ ਨੇ ਉਹਨੂੰ ਵਧੇਰੇ ਕਰਕੇ ਮਨੋਵਿਗਿਆਨਿਕ ਤੇ ਇੱਕ ਜਿਹੜਾ ਤਾਰਕਿਕ ਕਾਰਨ ਆ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦਾ ਉਹ ਮੰਨਿਆ ਜਾਂਦਾ ਹੈ। ਤੇ ਇਸ ਕਰਕੇ ਆਪਾਂ ਹੁਣ ਇਹਦੀ ਗੱਲ ਕਰਦੇ ਹਾਂ ਸਟੈਪਸ ਦੀ ਵੀ ਕਿਹੜੇ ਕਿਹੜੇ ਜਿਹੜੇ ਸਟੈਪਸ ਨੇ ਉਹ ਡਾਇਗਨੋਸਟਿਕ ਟੈਸਟ ਵਿੱਚ ਕੀਤੇ ਜਾਂਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਦੇਸ਼ਾਂ ਦਾ ਨਿਰਧਾਰਨ ਕਰਨਾ ਤੇ ਪਾਠ ਵਸਤੂ ਦੇ ਪ੍ਰਕਰਮਾਂ ਦੀ ਰੂਪਰੇਖਾ ਬਣਾਉਣਾ। ਉਦੇਸ਼ਾਂ ਦਾ ਨਿਰਧਾਰਨ ਤੇ ਪਾਠ ਪੁਸਤਕਾਂ ਦੇ ਪ੍ਰਕਰਮਾਂ ਦੀ ਰੂਪਰੇਖਾ। ਉਦੇਸ਼ਾਂ ਦਾ ਨਿਰਧਾਰਨ ਅਤੇ ਪਾਠ ਵਸਤੂ ਦੇ ਪ੍ਰਕਰਮਾਂ ਦੀ ਰੂਪਰੇਖਾ ਬਣਾਉਣਾ। ਇਹਦਾ ਜਿਹੜਾ ਫਸਟ ਸਟੈਪ ਆ ਉਹ ਆਪਾਂ ਸ਼ੁਰੂ ਕਰਦੇ ਹਾਂ ਕਿ ਉਦੇਸ਼ਾਂ ਦਾ ਨਿਰਧਾਰਨ ਕਰਨਾ ਕਿ ਉਦੇਸ਼ ਨੇ ਆਪਣੇ ਜਿਹੜੇ ਆਪਾਂ ਬੱਚਿਆਂ ਦਾ ਮੁਲਾਂਕਣ ਕਰ ਰਹੇ ਹਾਂ ਜਾਂ ਬੱਚਿਆਂ ਦਾ ਜਿਹੜਾ ਦੇਖ ਰਹੇ ਹਾਂ ਉਹਨਾਂ ਦਾ ਮਾਪਨ ਕਰਕੇ ਤੇ ਉੱਥੇ ਕਿਸ ਉਦੇਸ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਕਰ ਰਹੇ ਹਾਂ, ਉਦੇਸ਼ਾਂ ਦਾ ਨਿਰਧਾਰਨ ਕਰਨਾ ਔਰ ਪਾਠ ਵਸਤੂ ਦੇ ਜਿਹੜੇ ਪ੍ਰਕਰਮ ਨੇ ਉਹਨਾਂ ਦੀ ਰੂਪਰੇਖਾ ਬਣਾਉਣੀ। ਦੂਸਰਾ ਹੈ ਪਾਠ ਵਸਤੂ ਵਿਸ਼ਲੇਸ਼ਣ, ਉਹ ਕਰਨਾ ਇੱਕ ਤਾਰਕਿਕ ਕਾਰਨ ਵਿੱਚ ਕਰਨਾ। ਦੂਸਰਾ ਹੈਗਾ ਪਾਠ ਵਸਤੂ ਦਾ ਵਿਸ਼ਲੇਸ਼ਣ। ਪਾਠ ਵਸਤੂ ਦਾ ਵਿਸ਼ਲੇਸ਼ਣ ਕਰਨਾ ਉਹ ਵੀ ਇੱਕ ਤਾਰਕਿਕ ਕਰਮ ਵਿੱਚ ਕਰਨਾ ਜਿਹਦੇ ਵਿੱਚ ਪਾਠ ਵਸਤੂ ਦੇ ਪ੍ਰਕਰਮਾਂ ਦਾ ਕਰਮ ਹੋ ਗਿਆ ਔਰ ਸਿੱਖਣ ਦੇ ਪੱਗਾਂ ਦਾ ਕਰਮ ਹੋ ਗਿਆ ਕਿ ਬੱਚਾ ਜਿਹੜਾ ਪਾਠ ਵਸਤੂ ਉਹ ਕਿਸ ਤਰੀਕੇ ਨਾਲ ਮਤਲਬ ਕਿੰਨਾ ਕੁ ਔਰ ਕਿਸ ਤਰੀਕੇ ਨਾਲ ਜਿਹੜਾ ਉਹ ਸਿੱਖੇਗਾ। ਅੱਗੇ ਆਪਾਂ ਗੱਲ ਕਰਦੇ ਹਾਂ ਪਾਠ ਵਸਤੂ ਦੇ ਕਠਿਨਾਈ ਕਰਮ ਦਾ ਨਿਰਧਾਰਨ। ਤੀਸਰਾ ਸਟੈਪ ਆਉਂਦਾ ਇਹਦਾ ਪਾਠ ਵਸਤੂ ਦੇ ਜਿਹੜਾ ਮਤਲਬ ਪਾਠ ਵਸਤੂ ਦੇ ਕਠਿਨਾਈ ਜਿਹੜਾ ਪਾਠ ਵਸਤੂ ਅਸੀਂ ਉਹਨੂੰ ਕਿਸ ਤਰੀਕੇ ਦਾ ਜਿਹੜਾ ਬੱਚੇ ਨੂੰ ਭਾਸ਼ਣ ਦੇ ਰਹੇ ਹਾਂ ਜਾਂ ਫਿਰ ਮਤਲਬ ਕਿ ਆਪਾਂ ਪਹਿਲਾਂ ਸੌਖੇ ਭਾਸ਼ਣ ਫਿਰ ਔਖੇ ਭਾਸ਼ਣ ਫਿਰ ਉਸ ਤੋਂ ਬਾਅਦ ਫਿਰ ਹੋਰ ਔਖੇ ਤੇ ਇਸ ਪ੍ਰਕਾਰ ਉਹਦਾ ਜਿਹੜਾ ਕਠਿਨਾਈ ਵਾਲਾ ਕਰਮ ਉਹਨੂੰ ਇੱਕ ਤਾਰਕਿਕ ਕਰਮ ਵਿੱਚ ਆਪਾਂ ਇਸਦਾ ਜਿਹੜਾ ਨਿਰਧਾਰਨ ਕਰਦੇ ਹਾਂ। ਪਾਠ ਵਸਤੂ ਦੇ ਕਠਿਨਾਈ ਦਾ ਨਿਰਧਾਰਨ ਕਰਨਾ। ਕਠਿਨਾਈ ਦਾ ਨਿਰਧਾਰਨ ਇਹਦਾ ਤੀਸਰਾ ਸਟੈਪ। ਆਪਾਂ ਚੌਥੇ ਸਟੈਪ ਦੀ ਗੱਲ ਕਰਦੇ ਹਾਂ ਪ੍ਰੀਖਿਆ ਦੀਆਂ ਮੱਦਾਂ ਦੀ ਕਿਸਮ ਦਾ ਨਿਰਧਾਰਨ। ਪ੍ਰੀਖਿਆ ਦੀਆਂ ਮੱਦਾਂ ਦੀ ਕਿਸਮਾਂ ਦਾ ਨਿਰਧਾਰਨ। ਕਿਸਮ ਦਾ ਨਿਰਧਾਰਨ ਇਹਨਾਂ ਜਿਹੜੀਆਂ ਮਤਲਬ ਪ੍ਰੀਖਿਆ ਨੇ ਉਹ ਕਿਸ ਤਰੀਕੇ ਦੀਆਂ ਹੋ ਸਕਦੀਆਂ ਨੇ, ਉਹਨਾਂ ਦੀ ਕਿਸਮ ਦਾ ਜਿਹੜਾ ਨਿਰਧਾਰਨ ਆ ਉਹ ਡਾਇਗਨੋਸਟਿਕ ਜਦੋਂ ਟੈਸਟ ਬਣਾਏ ਜਾਂਦੇ ਨੇ ਉਹਦੇ ਸਟੈਪ ਵਿੱਚ ਕੀਤਾ ਜਾਂਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਪ੍ਰੀਖਿਆ ਮੱਦਿਆਂ ਵਿੱਚ ਸੁਧਾਰ। ਪ੍ਰੀਖਿਆ ਦੀਆਂ ਮੱਦਾਂ ਵਿੱਚ ਸੁਧਾਰ ਕਿਸ ਤਰੀਕੇ ਦੇ ਜਿਹੜੇ ਸੁਧਾਰ ਦੀ आवश्यकता ਹੈਗੀ ਆ ਉਹਦੀ ਜਿਹੜੀ ਜ਼ਰੂਰਤ ਹੈਗੀ ਆ ਔਰ ਉਹ ਕਿਸ ਜਿਹੜੇ ਤਰੀਕੇ ਨਾਲ ਉਹਦੇ ਵਿੱਚ ਜਿਹੜਾ ਸੁਧਾਰ ਆ ਉਹ ਕੀਤਾ ਜਾ ਸਕਦਾ। ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਧਿਆਨ ਆ ਉਹ ਇਹਦੇ ਜਿਹੜਾ 5th ਸਟੈਪ ਉਹਦੇ ਵਿੱਚ ਰੱਖਿਆ ਜਾਂਦਾ। 6th ਆਪਾਂ ਗੱਲ ਕਰਦੇ ਹਾਂ ਪਾਠ ਵਸਤੂ ਦੇ ਤਾਰਕਿਕ ਕਰਮ ਦਾ ਵਿਸ਼ਲੇਸ਼ਣ। ਪਾਠ ਵਸਤੂ ਦੇ ਤਾਰਕਿਕ ਕਰਮ ਦਾ ਵਿਸ਼ਲੇਸ਼ਣ। ਤਾਰਕਿਕ ਕਰਮ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਕਿ ਹਰ ਇੱਕ ਚੀਜ਼ ਹੈਗੀ ਹੈ ਜਿਹੜੀ ਉਹ ਇੱਕ ਲੌਜੀਕਲ ਆਰਡਰ ਵਿੱਚ ਤਾਂ ਹੈਗੀ ਹੈ ਕਿ ਨਹੀਂ। ਅੱਗੇ ਆਪਾਂ ਗੱਲ ਕਰਦੇ ਹਾਂ 7ਵੇਂ ਦਾ ਪ੍ਰੀਖਣ ਤੇ ਅੰਤਿਮ ਰੂਪ ਦੀ
अंतिम स्वरूप की तैयारी जिहड़ा ਪ੍ਰੀਖਿਆ ਹੁੰਦਾ है ਪ੍ਰੀਖਿਆ ਦੇ ਜਦੋਂ ਆਪਾਂ ਬੱਚਿਆਂ ਦਾ ਪ੍ਰੀਖਣ ਲਿਆ ਜਾਂਦਾ ਹੈ ਜਾਂ ਬੱਚਿਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਉਹਦੇ ਅੰਤਿਮ ਜਿਹੜਾ ਸਰੂਪ ਹੁੰਦਾ ਉਹਦੀ ਤਿਆਰੀ ਕਰਨਾ ਪ੍ਰੀਖਣ ਦੇ ਅੰਤਿਮ ਸਰੂਪ ਦੀ ਤਿਆਰੀ ਪ੍ਰੀਖਣ ਦੇ ਅੰਤਿਮ ਸਰੂਪ ਦੀ ਤਿਆਰੀ कई ਜਿਹੜੇ ਕੁਛ ਇਹਦੇ ਸਟੈਪ ਸੀਗੇ ਜਿਹੜਾ ਡਾਇਗਨੋਸਟਿਕ ਸਟੈਪ ਹੈ ਟੈਸਟ ਹੈ ਜਿਹੜਾ ਡਾਇਗਨੋਸਟਿਕ ਟੈਸਟ ਹੈ ਉਹ ਟੈਸਟ ਨੂੰ ਬਣਾਉਂਦੇ ਸਮੇਂ ਜਾਂ ਉਹ ਟੈਸਟ ਨੂੰ ਤਿਆਰ ਕਰਦੇ ਸਮੇਂ ਕਿਹੜੇ ਜਿਹੜੇ ਸਟੈਪਸ ਦਾ ਧਿਆਨ ਰੱਖਿਆ ਜਾਂਦਾ ਜਿਹਦੇ ਵਿੱਚ ਅਸੀਂ 7 ਸਟੈਪ ਦੀ ਗੱਲ ਕੀਤੀ ਉਦੇਸ਼ਾਂ ਦਾ ਨਿਰਧਾਰਨ ਅਤੇ ਪਾਠ ਵਸਤੂ ਦੇ ਪ੍ਰਕਰਮਾਂ ਦੀ ਰੂਪਰੇਖਾ ਬਣਾਉਣਾ ਪਾਠ ਵਸਤੂ ਦਾ ਵਿਸ਼ਲੇਸ਼ਣ ਕਰਨਾ ਪਾਠ ਵਸਤੂ ਦੇ ਕਠਿਨਾਈ ਦਾ ਨਿਰਧਾਰਨ ਕਰਨਾ ਪ੍ਰੀਖਿਆ ਦੀਆਂ ਮਤਾਂ ਦੀ ਕਿਸਮ ਦਾ ਨਿਰਧਾਰਨ ਪ੍ਰੀਖਿਆ ਦੀਆਂ ਮਤਾਂ ਵਿੱਚ ਸੁਧਾਰ ਪਾਠ ਵਸਤੂ ਦੇ ਤਾਰਕਿਕਰਨ ਦਾ ਵਿਸ਼ਲੇਸ਼ਣ ਅਤੇ ਪ੍ਰੀਖਣ ਦੇ ਅੰਤਿਮ ਸਰੂਪ ਦੀ ਤਿਆਰੀ ਤਾਂ ਇਹਨਾਂ ਸਾਰੇ ਸਟੈਪਾਂ ਨੂੰ ਸਟੈਪਸ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਜਿਹੜਾ ਡਾਇਗਨੋਸਟਿਕ ਟੈਸਟ ਹੈ ਉਹ ਤਿਆਰ ਕੀਤਾ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਡੀ ਪੰਜਾਬੀ ਭਾਸ਼ਾ ਵਿੱਚ ਜਿਹੜਾ ਡਾਇਗਨੋਸਟਿਕ ਟੈਸਟ ਹੈ ਉਹਦਾ ਕੀ ਰੋਲ ਹੈ ਜਾਂ ਉਹ ਕਿਵੇਂ ਕੰਮ ਕਰਦਾ ਹੈ ਡਾਇਗਨੋਸਟਿਕ ਟੈਸਟ ਇਹਨੂੰ ਪੰਜਾਬੀ ਲੈਂਗੁਏਜ देखो भाषा सीखण विच भी बच्चों जिहड़ी पूरी लर्निंग करनी पैंदी है भाषा सीखनी पैंदी है भाषा दे जिहड़े पहला एक जिहड़ा अखर हुंदा गा उन्हां दी जानकारी वर्ण की जानकारी फिर शब्दां की जानकारी फिर पूरे जिहड़ी वाकां की जानकारी उस तो बाद जिहड़ा इहदा साहित्य है चाहे वह कविता है चाहे वह कोई पाठ हैगा चाहे कोई ऐसे आ जिन्होंने असीं निबंध कह दिंदे आ ਤਾਂ कोई कहानियां हर एक चीज़ ਨੂੰ ਜਿਹੜਾ ਸਿੱਖਣਾ ਹੈ ਉਹਦੇ ਵਾਸਤੇ ਜਿਹੜਾ ਸਟੈਪ ਬਾਈ ਸਟੈਪ ਇੱਕ ਕੰਮ ਕੀਤਾ ਜਾਂਦਾ ਹੈ ਵਿਦਿਆਰਥੀਆਂ ਵਿੱਚ ਭਾਸ਼ਾ ਸੰਬੰਧੀ ਜਿਹੜੀਆਂ ਤਰੁੱਟੀਆਂ ਹੁੰਦੀਆਂ ਨੇ ਉਹਨਾਂ ਦੀ ਲਈ ਜਿਹੜੀ ਤਸ਼ਖੀਸ਼ੀ ਪ੍ਰੀਖਿਆਵਾਂ ਹੁੰਦੀਆਂ ਨੇ ਜਾਂ ਡਾਇਗਨੋਸਟਿਕ ਟੈਸਟ ਹੁੰਦੇ ਨੇ ਤਾਂ ਉਹਦੀਆਂ ਜਿਹੜੀਆਂ ਭਾਸ਼ਾ ਸੰਬੰਧੀ ਤਰੁੱਟੀਆਂ ਹੁੰਦੀਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਇਹ ਆਯੋਜਿਤ ਕੀਤੀਆਂ ਜਾਂਦੀਆਂ ਨੇ ਮੀਨਸ ਕਿ ਜਦੋਂ ਅਸੀਂ ਚੈੱਕ ਕਰਦੇ ਹਾਂ ਕਿ ਵਿਦਿਆਰਥੀ ਦਾ ਗ੍ਰਾਮੈਟਿਕਲ ਜਿਹੜਾ ਪੋਰਸ਼ਨ ਹੈਗਾ ਜਿਹੜਾ ਵਿਆਕਰਣ ਦਾ ਭਾਗ ਹੈਗਾ ਕਿਸ ਹੱਦ ਤੱਕ ਉਹਨੇ ਪੂਰਾ ਕਰ ਲਿਆ ਹੈਗਾ ਤੇ ਬੱਚਿਆਂ ਦਾ ਜਿਹੜਾ ਉਹਦਾ ਐਗਜ਼ਾਮ ਲਿਆ ਜਾਂਦਾ ਹੈਗਾ ਫਿਰ ਉਹ ਅਗਰ ਬੱਚਾ ਸਹੀ ਜਾ ਰਿਹਾ ਤਾਂ सही गल है कि बच्चे ने बहुत कुछ सीख लिया अगर बच्चे दी गलतियां हो रही ने तो फिर असीं देखते हैं कि किहड़ा जिहड़ा भाग हैगा मतलब कि अगर पंजाबी का साडा सिलेबस है पंजाबी का जिहड़ा पाठक्रम आ किस हिस्से विच जिहड़ी आ उहनूं समझ घट आ रही है तो फिर उहदे कारण की समझ घट आउण दे जिहड़े की ओह कारण हन इस लई पाठ वस्तु जिहड़ा वस्तुनिष्ठ ਪ੍ਰੀਖਿਆ ਦਾ जिहड़ा निर्माण किया जाता है इस विच ਪ੍ਰੀਖਿਆ ਵਿੱਚ सही उत्तर ਨੂੰ कोई महत्व नहीं दिता जाता ਅਤੇ त्रुटियां ਦੇ आधार ਤੇ ਜਿਹੜਾ ਬੱਚਾ ਹੈਗਾ ਗਾ ਉਹਦੇ त्रुटियां ਕਰਨ ਦੇ ਕਾਰਨਾਂ ਦਾ ਪਤਾ ਲਾਇਆ ਜਾਂਦਾ ਹੈ ਕਿ ਜਿਸ ਵੀ ਕੁਐਸਚਨ ਵਿੱਚ ਉਹਨੇ त्रुटि ਕੀਤੀ ਹੈ ਜਾਂ ਗਲਤ ਕੁਐਸਚਨ ਜਿਹੜਾ ਆਨਸਰ ਦਿੱਤਾ ਗਾ ਉਹਦੇ ਪਿੱਛੇ ਦਾ ਕਾਰਨ ਪਤਾ ਲਾਇਆ ਜਾਂਦਾ ਹੈ ਕਿ ਅਗਰ ਇਸ ਬੱਚੇ ਨੇ ਗਲਤ ਜਿਹੜਾ ਆਨਸਰ ਹੈ ਉਹ ਦਿੱਤਾ ਤਾਂ ਉਹਦੇ ਪਿੱਛੇ ਦਾ ਕੀ ਕਾਰਨ ਹੈ ਕਿਸ ਕਾਰਨ ਨਾਲ ਬੱਚੇ ਨੂੰ ਜਿਹੜਾ ਉਹ ਆਨਸਰ ਹੈ ਉਹ ਸਮਝ ਨਹੀਂ ਆਇਆ ਇਸ ਵਿੱਚ ਕੋਈ ਅੰਕ ਨਹੀਂ ਦਿੱਤੇ ਜਾਂਦੇ ਇਸ ਨੂੰ ਜਿਹੜਾ सिर्फ और सिर्फ डायग्नोस करने लिए सिर्फ और सिर्फ जो उपचार करने लिए यह जो ਪ੍ਰੀਖਿਆਵਾਂ ने वो लैतियां जांदियां ने हुण आपां इत्थे कुछ उदाहरणों की गल करते हैं कुछ आपां उदाहरण जिहड़े क्वेश्चन ने उन्हां दे उदाहरण लैंदे आ कि किस तरीके दा जिहड़ा उदाहरण है असीं क्वेश्चन उत्थे पा सकते हाँ ਉਹਦੇ ਵਿੱਚ ਅਸੀਂ ਫਿਰ ਉਹਨੂੰ ਆਪਸ਼ਨ ਦੇ ਕੇ ਉਸ ਦੀ ਜਿਹੜੀ ਜਾਣਕਾਰੀ ਹੈ ਬੱਚੇ ਨੂੰ ਦੇ ਸਕਦੇ ਹਾਂ ਉਹ ਬੱਚਾ ਉਹਦੇ ਵਿੱਚ ਇੱਕ ਆਨਸਰ ਚੂਜ਼ ਕਰਦਾ ਹੈ ਅਗਰ ਤਾਂ ਸਹੀ ਆਨਸਰ ਚੂਜ਼ ਕੀਤਾ ਤਾਂ ਠੀਕ ਹੈ ਅਦਰਵਾਈਜ਼ ਅਗਰ ਉਹਨੇ ਗਲਤ ਆਨਸਰ ਇੱਥੇ ਵਿੱਚ ਚੂਜ਼ ਕੀਤਾਗਾ ਤਾਂ ਉਹਦੇ ਪਿੱਛੇ ਦੇ ਰੀਜ਼ਨ ਲੱਭੇ ਜਾਂਦੇ ਨੇ ਕਿ ਕਿਸੇ ਵੀ ਬੱਚੇ ਨੇ ਅਗਰ ਇੱਕ ਕੁਐਸਚਨ ਦਾ ਜਿਹੜਾ ਗਲਤ ਆਨਸਰ ਦਿੱਤਾਗਾ ਉਹ ਕਿਸ ਕਾਰਨ ਨਾਲ ਦਿੱਤਾ ਹੈ ਉਹਨੂੰ ਕੁਐਸਚਨ ਸਮਝ ਵਿੱਚ ਨਹੀਂ ਆਇਆ ਕੁਐਸਚਨ ਦਾ ਜਿਹੜਾ ਪ੍ਰਕਾਰ ਉਹ ਸਮਝ ਵਿੱਚ ਨਹੀਂ ਆਇਆ ਨਾ ਸਮਝ ਆਉਣ ਦਾ ਕਾਰਨ ਕੀ ਹੈ ਉਹਦੇ ਵਿੱਚ ਜਿਹੜਾ ਗਲਤੀਆਂ ਨੇ ਉਹ ਚੈੱਕ ਕੀਤੀਆਂ ਜਾਂਦੀਆਂ ਨੇ ਫਿਰ ਉਸ ਨੂੰ ਜਿਹੜਾ ਸੁਧਾਰਾਤਮਕ ਕੰਮ ਹੈ ਉਹ ਗਲਤੀਆਂ ਲਈ ਕੀਤਾ ਜਾਂਦਾ ਹੈ ਉਸ ਗਲਤੀਆਂ ਨੂੰ ਜਿਹੜਾ ਸੁਧਾਰਿਆ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਆਪਾਂ ਇੱਥੋਂ ਸਟਾਰਟ ਕਰਦੇ ਹਾਂ ਅਸੀਂ ਕਿਸੇ ਵਿਆਕਰਣ ਦਾ ਆਪਾਂ ਕੋਈ ਟੌਪਿਕ ਚੱਕਦੇ ਹਾਂ ਕਿ ਵਿਆਕਰਣ ਦੇ ਵਿੱਚ ਬੱਚੇ ਨੂੰ ਅਗਰ ਸਮਝ ਆ ਰਹੀ ਹੈ ਕਿੰਨੇ ਕੁ ਸਮਝ ਆ ਰਹੀ ਹੈ ਅਗਰ ਕੋਈ ਚੀਜ਼ ਨਹੀਂ ਸਮਝ ਵਿੱਚ ਆਈ ਤਾਂ ਉਹਦਾ ਜਿਹੜਾ ਕਾਰਨ ਉਹ ਕੀ ਹੈ ਤਾਂ ਆਪਾਂ ਸਟਾਰਟ ਕਰਦੇ ਹਾਂ ਜਿਵੇਂ ਆਪਾਂ ਇੱਕ ਕੁਐਸਚਨ ਲੈਂਦੇ ਹਾਂ ਜਿਵੇਂ ਰਾਮ
ਇੱਕ ਸਿਆਣਾ ਹੁੰਦਾ ਹੈ। ਸਿਆਣਾ ਹੁੰਦਾ ਹੈ। ਇਹ ਜਿਹੜਾ ਪ੍ਰਸ਼ਨ ਨੰਬਰ ਹੈ, ਆਪਾਂ ਪਹਿਲਾ ਪ੍ਰਸ਼ਨ ਪਾਇਆ ਵਿਆਕਰਣ ਦਾ, ਆਪਾਂ ਚੱਕਿਆ ਰਾਮ ਇੱਕ ਸਿਆਣਾ ਹੁੰਦਾ ਹੈ। ਇਸ ਵਿੱਚ ਰਾਮ, ਜਿਹੜਾ ਰਾਮ ਸ਼ਬਦ ਹੈ ਉਹ ਕੀ ਹੈ? ਇਹਦਾ ਆਪਾਂ ਨਾਮ, ਜਿਹੜਾ ਇਹਦਾ ਆਂਸਰ ਹੈ ਪੜਨਾਮ, विशेषण, क्रिया। इस तरीके के ਜਿਹੜੇ क्वेश्चन ने वो ਬੱਚੇ ਨੂੰ ਦਿੱਤੇ ਜਾਣਗੇ। अगर ਤਾਂ ਵਿਦਿਆਰਥੀ ਉੱਥੇ ਟਿਕ ਕਰ ਦਿੰਦਾ ਹੈ ਕਿ ਰਾਮ ਇੱਕ ਸਿਆਣਾ ਮੁੰਡਾ ਹੈ, ਇਸ ਵਿੱਚ ਰਾਮ ਇੱਕ ਨਾਮ ਹੈ, ਠੀਕ ਹੈ, ਕਿਉਂਕਿ ਅਸੀਂ ਜਿਹੜਾ ਡਾਇਗਨੋਸਟਿਕ ਟੈਸਟ ਹੈ ਉਹਦੇ ਵਿੱਚ ਕੀ ਕਰਨਾ ਸੀ, ਬੱਚੇ ਦੇ ਗਲਤੀਆਂ ਕਰਨ ਦੇ ਕਾਰਨ ਲੱਭਣੇ ਹਾਂ। ਅਗਰ ਤਾਂ ਉਹ ਲਿਖ ਦਿੰਦਾ ਹੈ ਕਿ ਇਸ ਵਿੱਚ ਇਹ ਇੱਕ ਨਾਮ ਹੈ ਤਾਂ ਗੱਲ ਠੀਕ ਹੈ ਕਿ ਬੱਚੇ ਵਿੱਚ ਇਹ ਜਿਹੜੀ ਸਮਝ ਆ ਰਹੀ ਹੈ। ਅਗਰ ਬੱਚਾ ਇਸ ਨਾਮ ਨੂੰ ਛੱਡ ਕੇ ਹੋਰ ਕੋਈ ਵੀ ਜਿਹੜਾ ਆਪਸ਼ਨ ਹੈ, ਉਹ ਆਪਸ਼ਨ ਹੈ ਆੜਾ ਪੜਨਾਮ, ਈਡੀ ਆਪਸ਼ਨ ਹੈਗਾ ਵਿਸ਼ੇਸ਼ਣ, ਔਰ ਸੱਸਾ ਜਿਹੜਾ ਆਪਸ਼ਨ ਹੈਗਾ ਉਹ ਹੈ ਕਿਰਿਆ। ਅਗਰ ਉਹ ਨਾਮ ਨੂੰ ਛੱਡ ਕੇ ਇਹਨਾਂ ਤਿੰਨਾਂ ਵਿੱਚੋਂ ਕਿਸੇ ਹੋਰ ਆਪਸ਼ਨ ਨੂੰ ਟਿਕ ਕਰਦਾ ਹੈ, ਦੈਟ ਮੀਨਸ ਕਿ ਉਹਨੇ ਇੱਕ ਗਲਤੀ ਕੀਤੀ ਹੈ, ਉਹਨੇ ਇੱਕ ਤਰੁੱਟੀ ਕੀਤੀ ਹੈ, ਤਾਂ ਅਸੀਂ ਫਿਰ ਇਹਦਾ ਕਾਰਨ ਲੱਭਾਂਗੇ ਕਿ ਅਗਰ ਉਹਨੂੰ ਰਾਮ ਇੱਕ ਸਿਆਣਾ ਮੁੰਡਾ ਹੈ ਇਹ ਚੀਜ਼ ਨਹੀਂ ਪਤਾ ਤਾਂ ਇਹਦੇ ਪਿੱਛੇ ਦਾ ਕੀ ਕਾਰਨ ਹੈ। ਤਾਂ ਇਹਦੇ ਪਿੱਛੇ ਦਾ ਕਾਰਨ ਹੈ ਕਿ ਉਹਨੂੰ ਨਾਮ ਬਾਰੇ ਜਾਣਕਾਰੀ ਨਹੀਂ ਹੈ, ਵਿਆਕਰਣ ਦੇ ਜੋ ਵੀ ਤੱਤ ਹਨ ਉਹਦੇ ਬਾਰੇ ਉਸ ਚੀਜ਼ ਨੂੰ, ਉਸ ਪਰਸਨ ਨੂੰ, ਉਸ ਵਿਦਿਆਰਥੀ ਨੂੰ ਜਾਣਕਾਰੀ ਨਹੀਂ ਹੈ। ਤਾਂ ਫਿਰ ਸਾਡਾ ਜਿਹੜਾ ਟਾਰਗੇਟ ਹੋਊਗਾ ਕਿ ਸਟੂਡੈਂਟਸ ਨੂੰ ਅਸੀਂ ਜਿਹੜੇ ਵਿਆਕਰਣ ਦੇ ਤੱਤ ਹੈ ਉਹ ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ ਜਾਂ ਫਿਰ ਵਿਸ਼ਰਾਮ ਚਿੰਨ੍ਹ, ਅਸੀਂ ਡਾਇਰੈਕਟਲੀ ਉਸ ਚੀਜ਼ ਦੀ ਜਾਣਕਾਰੀ ਦੇਵਾਂਗੇ। ਵਿਦਿਆਰਥੀ ਨੂੰ ਦੱਸਾਂਗੇ ਕਿ ਨਾਮ ਜਿਹੜਾ ਹੁੰਦਾ ਉਹ ਕੀ ਹੁੰਦਾ ਹੈ, ਜਿਹੜਾ ਕਿ ਸਾਨੂੰ ਕਿਸੇ ਪਰਸਨ ਬਾਰੇ, ਕਿਸੇ ਜਗ੍ਹਾ ਬਾਰੇ, ਕਿਸੇ ਜਿਹੜੀ ਚੀਜ਼ ਬਾਰੇ ਜਾਣਕਾਰੀ ਦਿੰਦਾ ਉਹ ਨਾਮ ਹੈ। ਤਾਂ ਇਹਦੇ ਵਿੱਚ ਜਿਹੜਾ ਸਾਨੂੰ ਰਾਮ ਹੈ ਇਹ ਕਿਸੇ ਪਰਸਨ ਦਾ ਨਾਮ ਹੈ। ਤਾਂ ਪਰਸਨ ਬਾਰੇ ਲਿਖਿਆ ਗਿਆ ਕਿ ਰਾਮ ਇੱਕ ਸਿਆਣਾ ਮੁੰਡਾ ਹੈ, ਤਾਂ ਇਹਦੇ ਵਿੱਚ ਅਸੀਂ ਰਾਮ ਬਾਰੇ ਪੁੱਛਿਆ ਕਿ ਰਾਮ, ਤਾਂ ਰਾਮ ਸਾਨੂੰ ਇਹ ਜਾਣਕਾਰੀ ਕਿਸੇ ਪਰਸਨ ਬਾਰੇ ਦੇ ਰਿਹਾ, ਕਿਸੇ ਪਰਸਨ ਦਾ ਨਾਮ ਹੈ, ਤਾਂ ਇਸ ਕਰਕੇ ਕੀ ਹੈ ਇਹ ਨਾਮ ਹੈ। ਤਾਂ ਅਸੀਂ ਡਾਇਰੈਕਟਲੀ ਬੱਚੇ ਦੇ ਕਾਰਨ ਨੂੰ ਜਦੋਂ ਅਸੀਂ ਲੱਭਾਂਗੇ ਕਿ ਉਸਨੂੰ ਨਾਮ ਦੀ ਪਰਿਭਾਸ਼ਾ ਹੀ ਨਹੀਂ ਪਤਾ, ਉਹਨੂੰ ਨਹੀਂ ਪਤਾ ਕਿ ਪੰਜਾਬੀ ਵਿੱਚ ਜਿਹੜਾ ਨਾਮ ਹੈ ਉਹ ਕਿਹਨੂੰ ਕਹਿੰਦੇ ਨੇ, ਉਸਦੀ ਜਿਹੜੀ ਡੈਫੀਨੇਸ਼ਨ ਉਹ ਕਿੰਨੇ ਤਰੀਕੇ ਦੇ ਹੋ ਸਕਦੇ ਨੇ, ਤਾਂ ਇਹਦੇ ਪਿੱਛੇ ਦਾ ਕਾਰਨ ਉਹਦਾ ਗਲਤ ਉੱਤਰ ਦੇਣ ਦਾ ਕੀ ਕਾਰਨ ਹੈ। ਅਗਰ ਉਹ ਪੜਨਾਮ ਉੱਥੇ ਲਿਖ ਰਿਹਾ, ਪੜਨਾਮ ਟਿਕ ਕਰ ਰਿਹਾ ਜਾਂ ਕਿਰਿਆ ਟਿਕ ਕਰ ਰਿਹਾ ਜਾਂ ਵਿਸ਼ੇਸ਼ਣ ਟਿਕ ਕਰ ਰਿਹਾ, ਤਾਂ ਦੈਟ ਮੀਨਸ ਉਹ ਆਨਸਰ ਉਹਦਾ ਨਾਮ ਬਣਨਾ, ਤਾਂ ਉਹਨੂੰ ਨਾਮ ਦਾ ਨਹੀਂ ਪਤਾ। ਅਸੀਂ ਸਾਡਾ ਜਿਹੜਾ ਪਹਿਲਾ ਕਦਮ ਹੋਏਗਾ ਉਹ ਹੋਏਗਾ ਕਿ ਅਸੀਂ ਉਸ ਵਿਦਿਆਰਥੀ ਨੂੰ ਨਾਮ ਦੀ ਜਾਣਕਾਰੀ ਦੇਵਾਂਗੇ ਕਿ ਬੱਚੇ ਇਹ ਨਾਮ ਹੈ, ਨਾਮ ਹੁੰਦਾ ਕੀ ਹੈ, ਇਸ ਨੂੰ ਅਸੀਂ ਕਿਵੇਂ ਜਿਹੜਾ ਪਰਿਭਾਸ਼ਿਤ ਉਹ ਕਰ ਸਕਦੇ ਹਾਂ, ਕਿੰਨੇ ਤਰੀਕੇ ਦਾ ਹੋਏਗਾ। ਜਦੋਂ ਵਿਦਿਆਰਥੀ ਨੂੰ ਉਸ ਚੀਜ਼ ਦੀ ਜਾਣਕਾਰੀ ਹੋ ਜਾਏਗੀ ਕਿ ਨਾਮ ਕੀ ਹੁੰਦਾ ਹੈ, ਇਸ ਨੂੰ ਕਿਵੇਂ ਪਰਿਭਾਸ਼ਿਤ ਕਰ ਸਕਦੇ ਹਾਂ, ਤਾਂ ਫਿਰ ਵਿਦਿਆਰਥੀ ਨੂੰ ਜਿਹੜਾ ਹੈ ਕੁਐਸਚਨ ਉਹ ਵੀ ਡੈਫੀਨੇਟਲੀ ਕੀ ਆ ਸਮਝ ਵਿੱਚ ਆ ਜਾਊਗਾ। ਤਾਂ ਮੀਨਸ ਉੱਥੇ ਕੀ ਹੋ ਜਾਊਗਾ, ਉਹ ਇੱਕ ਉਪਚਾਰ ਹੋ ਜਾਊਗਾ, ਉਸ ਚੀਜ਼ ਨੂੰ ਜਿਹੜਾ ਡਾਇਗਨੋਸ ਕੀਤਾ ਜਾਊਗਾ। ਅੱਗੇ ਜਿਵੇਂ ਆਪਾਂ ਗੱਲ ਕਰਦੇ ਹਾਂ, ਆਪਾਂ ਸੈਕਿੰਡ ਕੁਐਸਚਨ ਦੀ ਗੱਲ ਕਰਦੇ ਹਾਂ। ਆਪਾਂ ਇੱਕ ਸੈਕਿੰਡ ਹੋਰ ਇੱਥੇ ਆਪਸ਼ਨ ਦਿੰਦੇ ਹਾਂ ਐਗਜ਼ਾਮਪਲ ਕਿ ਧੀ ਪਰਾਏ ਘਰ ਦਾ ਧਨ ਹੁੰਦਾ ਹੈ, ਘਰ ਦਾ ਧਨ ਹੁੰਦਾ ਹੈ, ਠੀਕ ਹੈ। ਇਸ ਵਿੱਚ ਕੀ ਕਰਨਾ ਹੈ, ਇਸ ਵਿੱਚ ਜਿਹੜੀ ਹੈ ਇਹ ਗਲਤੀ ਦੇਖਣੀ ਹੈ ਕਿ ਇਸ ਵਾਕ ਵਿੱਚ ਜਿਹੜੀ ਤਰੁੱਟੀ ਹੈ ਉਹ ਕੀ ਤਰੁੱਟੀ ਹੈ, ਇਸ ਵਾਕ ਵਿੱਚ ਕੀ ਤਰੁੱਟੀ ਹੈ। ਹੁਣ ਆਪਾਂ ਇਹਦੀ ਤਰੁੱਟੀ ਦੀ ਗੱਲ ਕਰਦੇ ਹਾਂ ਕਿ ਧੀ ਪਰਾਏ ਘਰ ਦਾ ਧਨ ਹੁੰਦਾ ਹੈ। ਹੁਣ ਦੇਖੋ ਜਿਹੜਾ ਧੀ ਹੈਗਾ, ਧੀ ਸ਼ਬਦ ਹੈਗਾ ਇਹ ਕੀ ਆ, ਇਹ ਇੱਕ ਫੀਮੇਲ ਕੈਟੇਗਰੀ ਨੂੰ ਰਿਪਰੈਜ਼ੈਂਟ ਕਰਦਾ ਹੈ, ਮਤਲਬ ਇਹ ਕੀ ਹੈ, ਇਹ ਇਸਤਰੀ ਲਿੰਗ ਹੈਗਾ। ਤਾਂ ਪਰਾਏ ਘਰ ਦਾ ਧਨ ਹੁੰਦਾ ਹੈ, ਤਾਂ ਇਹਦੇ ਵਿੱਚ ਤਰੁੱਟੀ ਕੀ ਆਊਗਾ, ਹੁੰਦਾ ਹੈ ਇੱਥੇ,
ਜਦੋਂ ਕਿ ਆਉਣਾ ਚਾਹੀਦਾ ਜਦੋਂ ਇਹ ਫੀਮੇਲ ਕੈਟੇਗਰੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਇੱਥੇ ਦਾ ਇਹਦਾ ਮਤਲਬ ਹੈ ਕਿ ਧੀ ਪਰਾਏ ਘਰ ਦਾ ਧਨ ਹੁੰਦੀ ਹੈ। ਅਗਰ ਤਾਂ ਸਟੂਡੈਂਟਸ ਨੇ ਇਸ ਚੀਜ਼ ਦੀ ਜਿਹੜੀ ਆਪਸ਼ਨ ਮਤਲਬ ਇਸ ਜਿਹੜੀ ਤਰੁਟੀ ਉਹ ਸਹੀ ਦੱਸ ਲਈ ਤਾਂ ਇਟ ਮੀਨਸ ਕਿ ਉਹਨੂੰ ਪਤਾ ਹੈਗਾ ਕਿ ਇੱਥੇ ਇਹ ਇਸਤਰੀ ਲਿੰਗ ਹੈਗਾ ਤੇ ਇਹਦੇ ਵਿੱਚ ਕਿਹੜਾ ਹੁੰਦਾ ਨਹੀਂ ਹੁੰਦੀ ਆਉਣਾ ਚਾਹੀਦਾ ਕਿ ਇਹ ਜਿਹੜਾ ਫੀਮੇਲ ਕੈਟੇਗਰੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਤਾਂ ਮਤਲਬ ਇਹ ਕਿ ਕਿਰਿਆ ਦਾ ਜਿਹੜਾ ਲਿੰਗ ਦੋਸ਼ ਹੈਗਾ ਉਹ ਬੱਚੇ ਨੂੰ ਪਤਾ ਲੱਗਿਆ। ਅਗਰ ਬੱਚੇ ਨੇ ਕੋਈ ਹੋਰ ਅੰਡਰਲਾਈਨ ਕਰਤੀ ਉਹ ਪਰਾਏ ਕਰਤੀ ਜਾਂ ਘਰ ਜਾਂ ਧਨ ਕੋਈ ਵੀ ਚੀਜ਼ ਕਰਦੀ ਤਾਂ ਦੈਟ ਮੀਨਸ ਕਿ ਉਹਨੂੰ ਨੌਲੇਜ ਨਹੀਂ ਹੈ, ਉਹਨੂੰ ਨੌਲੇਜ ਨਹੀਂ ਹੈ ਸਤਰੀਲਿੰਗ ਬਾਰੇ, ਨੌਲੇਜ ਨਹੀਂ ਹੈ ਪੁਲਿੰਗ ਬਾਰੇ। ਤਾਂ ਇਸ ਕਰਕੇ ਸਾਨੂੰ ਫਿਰ ਜਿਹੜੀ ਉਹਨੂੰ ਬੱਚੇ ਨੂੰ ਨੌਲੇਜ ਦੇਣੀ ਹੋਊਗੀ ਕਿ ਜੋ ਫੀਮੇਲ ਕੈਟੇਗਰੀ ਨੂੰ ਰਿਪਰੈਜ਼ੈਂਟ ਕਰਦੀ ਹੈ ਉਹ ਇਸਤਰੀਲਿੰਗ ਹੈ, ਜਿਹੜਾ ਮੇਲ ਕੈਟੇਗਰੀ ਨੂੰ ਰਿਪਰੈਜ਼ੈਂਟ ਕਰਦਾ ਉਹ ਪੁਲਿੰਗ ਹੁੰਦਾ। ਤਾਂ ਸਾਨੂੰ ਲਿੰਗ ਦੀ ਜਾਣਕਾਰੀ ਦੇਣੀ ਹੋਊਗੀ ਤਾਂ ਜਾ ਕੇ ਉਹ ਕਿ ਜਿਹੜਾ ਵਾਕ ਵਿੱਚ ਜਿਹੜੀ ਸ਼ੁੱਧਤਾ ਉਹ ਲਿਆ ਸਕਦਾ। ਇਸ ਤਰੀਕੇ ਨਾਲ ਹੋਰ ਜਿਵੇਂ ਮੈਂ ਗਾਂ ਦਾ ਦੁੱਧ ਗਰਮ ਪੀਣਾ ਚਾਹੁੰਦਾ ਹਾਂ, ਮੈਂ ਗਾਂ ਦਾ ਦੁੱਧ ਗਰਮ ਪੀਣਾ ਚਾਹੁੰਦਾ ਹਾਂ, ਇਸ ਵਾਕ ਵਿੱਚ ਜਿਹੜੀ ਤਰੁਟੀ ਹੈ ਉਹ ਕੀ ਹੈਗੀ ਆ, ਉਹ ਪੜਨਾਮ ਦੀ ਹੈ, ਨਾਮ ਦੀ ਹੈ, ਕਿਰਿਆ ਦੀ ਹੈ, ਜਿਹੜਾ ਵਿਸ਼ੇਸ਼ਣ ਦੀ ਹੈ। ਦੇਖੋ ਵਾਕ ਬਣਾਇਆ ਕਿ ਮੈਂ ਗਾਂ ਦਾ ਦੁੱਧ ਗਰਮ ਪੀਣਾ ਚਾਹੁੰਦਾ, ਉੱਥੇ ਜਿਹੜਾ ਗਰਮ ਹੈਗਾ ਉਹ ਵਿਸ਼ੇਸ਼ਤਾ ਦੱਸ ਰਿਹਾ ਦੁੱਧ ਦੀ, ਮਤਲਬ ਕਿ ਦੁੱਧ ਉਹ ਗਰਮ ਹੈ। ਤਾਂ ਇਸ ਕਰਕੇ ਇਹਦੇ ਵਿੱਚ ਜਿਹੜੀ ਤਰੁਟੀ ਹੋਊਗੀ ਉਹ ਇੱਕ ਜਿਹੜੀ ਵਿਸ਼ੇਸ਼ਣ ਦੀ ਹੋਊਗੀ ਕਿਉਂਕਿ ਉਹ ਵਿਸ਼ੇਸ਼ਤਾ ਦੱਸ ਰਿਹਾ ਹੈਗਾ। ਤਾਂ ਜਿਹੜਾ ਵਿਸ਼ੇਸ਼ਣ ਆ ਉਹ ਕੀ ਹੈ, ਦੁੱਧ ਤੋਂ ਪਹਿਲਾਂ ਆਉਣਾ ਚਾਹੀਦਾ ਕਿ ਮੈਂ ਗਾਂ ਦਾ ਜਿਹੜਾ ਗਰਮ ਦੁੱਧ ਪੀਣਾ ਚਾਹੁੰਦਾ ਗਾ। ਤਾਂ ਇਸ ਕਰਕੇ ਅਗਰ ਕਿਸੇ ਵਿਦਿਆਰਥੀ ਨੇ ਉਸ ਚੀਜ਼ ਦੀ ਜਿਹੜੀ ਤਰੁਟੀ ਹੈ ਨਹੀਂ ਪਛਾਣੀਆਂ ਤਾਂ ਸਾਨੂੰ ਮੁੜ ਤੋਂ ਫੇਰ ਜਿਹੜਾ ਨਾਮ ਪੜਨਾਮ ਦੀ ਵਿਸ਼ੇਸ਼ਣ ਦੀ ਜਿਹੜੀ ਜਾਣਕਾਰੀ ਉਹ ਬੱਚੇ ਨੂੰ ਦੇਣੀ ਪਏਗੀ ਕਿ ਕਿੱਥੇ ਨਾਮ ਦੀ ਵਰਤੋਂ ਜਿਹੜਾ ਨਾਮ ਹੈ ਉਹ ਕਿੱਥੇ ਆਉਂਦਾ, ਪੜਨਾਮ ਉਹ ਕਿੱਥੇ ਆਉਂਦਾ, ਜਿਹੜਾ ਵਿਸ਼ੇਸ਼ਣ ਉਹਦੀ ਜਗ੍ਹਾ ਕਿੱਥੇ ਹੈ। ਤੇ ਇਸ ਤਰੀਕੇ ਨਾਲ ਜਿਹੜੀਆਂ ਡਾਇਗਨੋਸਟਿਕ ਟੈਸਟ ਨੇ ਉਹਦਾ ਟੈਸਟ ਦਾ ਮਤਲਬ ਕੀ ਹੈ ਕਿ ਵਿਦਿਆਰਥੀ ਨੂੰ ਜੋ ਚੀਜ਼ ਨਹੀਂ ਆ ਰਹੀ ਉਹਦੇ ਕਾਰਨਾਂ ਦਾ ਪਤਾ ਕਰੋ ਔਰ ਉਸ ਤੋਂ ਬਾਅਦ ਉਹ ਕਾਰਨਾਂ ਦਾ ਜਿਹੜਾ ਉਪਚਾਰ ਕੀਤਾ ਜਾਵੇ, ਉਹ ਜਿਹੜੀ ਸਮੱਸਿਆ ਉਹਦਾ ਜਿਹੜਾ ਹੱਲ ਆ ਉਹ ਕਿਵੇਂ ਕੀਤਾ ਜਾਣਾ ਉਸ ਚੀਜ਼ ਤੇ ਜਿਹੜੀ ਡਿਸਕਸ ਕੀਤੀ ਜਾਵੇ ਤਾਂ ਉਸ ਚੀਜ਼ ਬਾਰੇ ਜਿਹੜਾ ਹੱਲ ਕਰਨ ਦੇ ਤਰੀਕੇ ਨੇ ਉਹ ਲੱਭੇ ਜਾਣ। ਤੇ ਇਹ ਸੀਗਾ ਜਿਹੜਾ ਆਪਣਾ ਅੱਜ ਦਾ ਟੌਪਿਕ ਡਾਇਗਨੋਸਟਿਕ ਟੈਸਟ। ਇਹ ਕੰਪਲੀਟ ਹੁੰਦਾਗਾ ਸਾਡਾ ਜਿਹੜਾ ਡਾਇਗਨੋਸਟਿਕ ਟੈਸਟ ਦਾ ਜਿਵੇਂ ਮੀਨਿੰਗ ਹੈਗਾ ਨਾਮ ਤੋਂ ਹੀ ਪਤਾ ਚੱਲਦਾ ਕਿਸੇ ਚੀਜ਼ ਨੂੰ ਡਾਇਗਨੋਸ ਕਰਨਾ। ਵਿਦਿਆਰਥੀਆਂ ਨੂੰ ਜਦੋਂ ਅਸੀਂ ਪੜ੍ਹਾ ਰਹੇ ਹਾਂ ਕੋਈ ਚੀਜ਼ ਸਿਖਾ ਰਹੇ ਹਾਂ ਉਹਨਾਂ ਦੀ ਸਮਝ ਵਿੱਚ ਕਿਉਂ ਨਹੀਂ ਆ ਰਹੀ ਉਹਦੇ ਕਾਰਨਾਂ ਨੂੰ ਲੱਭਿਆ ਜਾਵੇ। ਜਦੋਂ ਵਿਦਿਆਰਥੀ ਦੀ ਪ੍ਰੀਖਿਆ ਹੁੰਦੀ ਹੈ ਉਹਦੇ ਅਗਰ ਘੱਟ ਨੰਬਰ ਆਉਂਦੇ ਨੇ ਤਾਂ ਉਹਦੇ ਕਾਰਨਾਂ ਨੂੰ ਦੇਖਿਆ ਜਾਵੇ ਕਿ ਕਿਸ ਕਾਰਨ ਨਾਲ ਜਿਹੜੇ ਵਿਦਿਆਰਥੀ ਦੇ ਉਹ ਨੰਬਰ ਨੇ ਉਹ ਘੱਟ ਆਏ ਨੇ, ਫਿਰ ਕਾਰਨ ਲੱਭ ਕੇ ਉਹਨਾਂ ਦੇ ਜਿਹੜੇ ਉਪਚਾਰ ਆ ਉਹ ਕੀਤਾ ਜਾਵੇ। ਫਿਰ ਜਿਹੜੇ ਆਪਾਂ ਸਟੈਪਸ ਦੀ ਡਿਫਰੈਂਸ ਦੀ ਗੱਲ ਕੀਤੀ ਕਿ ਜਿਹੜੀਆਂ ਅਚੀਵਮੈਂਟ ਟੈਸਟ ਹੁੰਦੀਆਂ ਤੇ ਜਿਹੜਾ ਡਾਇਗਨੋਸਟਿਕ ਟੈਸਟ ਹੈ ਉਹਦੇ ਵਿੱਚ ਜਿਹੜੇ ਕੀ ਡਿਫਰੈਂਸ ਨੇ ਔਰ ਉਸ ਤੋਂ ਬਾਅਦ ਉਹਦੇ ਸਟੈਪਸ ਦੀ ਗੱਲ ਕੀਤੀ ਜਿਹਦੇ ਵਿੱਚ ਅਸੀਂ 7 ਸਟੈਪਸ ਦੀ ਗੱਲ ਕੀਤੀ ਸੀਗੀ। ਫਿਰ ਉਸ ਤੋਂ ਬਾਅਦ ਅਸੀਂ ਕੁਝ ਜਿਹੜੇ ਐਗਜ਼ਾਮਪਲ ਲਏ ਨੇ ਡਾਇਗਨੋਸਟਿਕ ਟੈਸਟ ਵਿੱਚ ਜਿਹੜੇ ਕਿਸ ਤਰੀਕੇ ਦੇ ਜਿਹੜੇ ਕੁਐਸਚਨ ਨੇ ਕਿਸ ਤਰੀਕੇ ਦੀਆਂ ਜਿਹੜੀਆਂ ਤਰੁੱਟੀਆਂ ਅਗਰ ਵਿਦਿਆਰਥੀ ਕਰ ਦਿੰਦੇ ਨੇ ਫਿਰ ਉਸ ਤਰੁੱਟੀਆਂ ਕਰਨ ਦੇ ਕਾਰਨਾਂ ਨੂੰ ਲੱਭ ਕੇ ਅਸੀਂ ਫਿਰ ਉਸ ਚੀਜ਼ ਨੂੰ ਉਪਚਾਰ ਕੀਤਾ ਜਾਵੇ, ਉਸ ਚੀਜ਼ ਦਾ ਜਿਹੜਾ ਸਮਾਧਾਨ ਉਹ ਕੀਤਾ ਜਾਵੇ, ਬੱਚੇ ਨੂੰ ਉਸੇ ਚੀਜ਼ ਨੂੰ ਸਿਖਾਇਆ ਜਾਵੇ ਜਿਸ ਚੀਜ਼ ਵਿੱਚ ਉਹ ਗਲਤੀਆਂ ਕਰ ਰਿਹਾ। ਤਾਂ ਜਿਹੜਾ ਅੱਜ ਦਾ ਜਿਹੜਾ ਆਪਣਾ ਲੈਕਚਰ ਇੱਥੇ ਕੰਪਲੀਟ ਹੋ ਰਿਹਾ ਸਾਡਾ ਆਲਮੋਸਟ ਜਿਹੜਾ ਸਿਲੇਬਸ ਹੈ ਇਹ ਕੰਪਲੀਟ ਹੋ ਗਿਆ। ਸਾਡੀ ਜਿਹੜੀ 4th ਯੂਨਿਟ ਸਟਾਰਟ ਕੀਤੀ ਸੀ ਇਸੇ ਲੈਕਚਰ ਨਾਲ ਸਾਡੀ ਜਿਹੜੀ 4th ਯੂਨਿਟ ਉਹ ਇੱਥੇ ਕੰਪਲੀਟ ਹੋ ਰਹੀ ਹੈ। ਥੈਂਕ ਯੂ, ਹੈਵ ਅ ਨਾਈਸ ਡੇ।